हाँ जी, ਆਪਾਂ ਅੱਜ ਆਪਣਾ 12th ਲੈਸਨ ਸ਼ੁਰੂ ਕਰਦੇ ਹਾਂ ਕਿ ਕਿਸ ਤਰ੍ਹਾਂ ਅਸੀਂ ਡੈਫੀਸ਼ੀਐਂਟ ਡਿਮਾਂਡ ਐਕਸੈਸ ਡਿਮਾਂਡ ਆ ਜੀ ਜਿਹਨੂੰ ਅਸੀਂ ਕੀ ਹੈ ਠੀਕ ਕਰਨਾ ਵਾ। ਠੀਕ ਆ, ਇੰਟਰੋਡਕਸ਼ਨ 'ਚ ਬੱਚੇ ਸਾਨੂੰ ਦੱਸਿਆ ਕਿ ਡੈਫੀਸ਼ੀਐਂਟ ਡਿਮਾਂਡ ਮੀਨਸ ਕਿ ਐਗਰੀਗੇਟ ਡਿਮਾਂਡ 'ਚ ਜਦੋਂ ਕਮੀ ਆਉਂਦੀ ਆ ਉਹ ਵੀ ਸਾਡੇ ਲਈ ਇੱਕ ਪ੍ਰੋਬਲਮ ਆ। ਐਕਸੈਸ ਡਿਮਾਂਡ ਮੀਨਸ ਕਿ ਜਦੋਂ ਜ਼ਿਆਦਾ ਓਵਰ ਹੁੰਦੀ ਆ ਉਦੋਂ ਵੀ ਸਾਡੇ ਲਈ ਇਹ ਇੱਕ ਤਰ੍ਹਾਂ ਨਾਲ ਪ੍ਰੋਬਲਮ ਆ। ਤਾਂ ਇਹਦੇ ਨਾਲ ਇਕਨੋਮਿਕ ਇਨਸਟੇਬਿਲਿਟੀ ਆਉਂਦੀ ਹੈ। ਮੀਨਸ ਕਿ ਜਾਂ ਤਾਂ ਸਾਡੀ ਜੇ ਡੈਫੀਸ਼ੀਐਂਟ ਡਿਮਾਂਡ ਹੁੰਦੀ ਆ ਤਾਂ ਸਾਡੀ ਜਿਹੜੀ ਇਕੋਨਮੀ ਹੈ ਬਿਲਕੁਲ ਮੰਦੀ 'ਚ ਚਲੀ ਜਾਂਦੀ ਹੈ, ਡਿਪਰੈਸ਼ਨ 'ਚ ਚਲੀ ਜਾਂਦੀ ਆ। ਜੇ ਐਕਸੈਸ ਡਿਮਾਂਡ ਹੁੰਦੀ ਆ ਤਾਂ ਸਾਡੀ ਜਿਹੜੀ ਇਕੋਨਮੀ ਆ ਉਹ ਇਨਫਲੇਸ਼ਨ 'ਚ ਚਲੀ ਜਾਂਦੀ ਹੈ। ਠੀਕ ਆ, ਤਾਂ ਇਹਦੇ ਨਾਲ ਟ੍ਰੇਡ ਸਾਈਕਲ ਕ੍ਰੀਏਟ ਹੁੰਦੇ ਆ ਇਹਨਾਂ ਦੋਨਾਂ ਕਾਰਨਾਂ ਕਰਕੇ। ਕਲੀਅਰ ਬੱਚੇ? ਇਸ ਤੋਂ ਅੱਗੇ ਬੋਥ ਦੀਜ਼ ਸਿਚੁਏਸ਼ਨਸ ਹੈਵ ਐਡਵਰਸ ਇੰਪੈਕਟ ਔਨ ਦਾ ਇਕੋਨਮੀ। ਇਹ ਦੋਨਾਂ ਨਾਲ ਹੀ ਜਿਹੜੀ ਸਾਡੀ ਇਕੋਨਮੀ 'ਤੇ ਐਡਵਰਸ ਇੰਪੈਕਟ ਪੈਂਦਾ ਵਾ। ਤਾਂ ਕਰਕੇ ਸਾਨੂੰ ਹਮੇਸ਼ਾ ਇਹੀ ਰਹਿੰਦਾ ਕਿ ਅਸੀਂ ਆਪਣੀ ਜਿਹੜੀ ਇਕੋਨਮੀ ਆ ਉਹਨੂੰ ਸਟੇਬਲ ਰੱਖੀਏ, ਇਕਨੋਮਿਕ ਸਟੇਬਿਲਿਟੀ ਬਣਾ ਕੇ ਰੱਖੀਏ, ਦੋਨਾਂ ਪ੍ਰੋਬਲਮਸ ਨੂੰ ਸੋਲਵ ਕਰਕੇ ਰੱਖੀਏ। ਠੀਕ ਆ, ਤਾਂ ਇੰਪੈਕਟ ਆਪਾਂ ਪਹਿਲਾਂ ਹੀ ਪੜ੍ਹ ਲਿਆ ਕਿ ਕੀ ਆ, ਹੈ ਨਾ। ਅਤੇ ਇਸ ਤੋਂ ਅੱਗੇ ਰੈਗੂਲੇਸ਼ਨ ਆਫ ਅਵੇਲੇਬਿਲਿਟੀ ਆਫ ਕ੍ਰੈਡਿਟ ਔਰ ਮੋਨੈਟਰੀ ਪੋਲਿਸੀ ਮੀਨਸ ਕਿ ਇਹਨੂੰ ਅਸੀਂ ਦੋ ਤਰੀਕਿਆਂ ਨਾਲ ਸੋਲਵ ਕਰ ਸਕਦੇ ਹਾਂ, ਜਾਂ ਤਾਂ ਮੋਨੈਟਰੀ ਪੋਲਿਸੀ ਜਾਂ ਫਿਰ ਕੀ ਅਸੀਂ ਫਿਜ਼ੀਕਲ ਪੋਲਿਸੀ, ਦੋਨਾਂ ਰਾਹੀਂ ਚੇਂਜ ਕਰ ਸਕਦੇ ਹਾਂ। ਹਾਂਜੀ, ਕਰੈਕਟ ਕਰਨ ਲਈ ਦੇਖੋ ਆਪਾਂ ਡੈਫੀਸ਼ੀਐਂਟ ਡਿਮਾਂਡ ਅਤੇ ਐਕਸੈਸ ਡਿਮਾਂਡ ਦੋ ਤਰ੍ਹਾਂ ਦੇ ਆਪਾਂ ਪੜ੍ਹਿਆ ਵਾ। ਜਿਹੜੀ ਰੈਗੂਲੇਸ਼ਨ ਆਫ ਅਵੇਲੇਬਿਲਿਟੀ ਆਫ ਕ੍ਰੈਡਿਟ ਆ ਇਹ ਕੀ ਆ RBI ਦੁਆਰਾ ਕੀਤੀ ਜਾਂਦੀ ਆ। ਠੀਕ ਆ, ਮੋਨੈਟਰੀ ਪੋਲਿਸੀਜ਼ ਜਿਹੜੀ RBI ਦੁਆਰਾ ਲਾਗੂ ਕੀਤੀ ਜਾਂਦੀ ਆ। ਅਤੇ ਚੇਂਜ ਇਨ ਗਵਰਨਮੈਂਟ ਸਪੈਂਡਿੰਗ ਐਂਡ ਗਵਰਨਮੈਂਟ ਇਨਕਮ ਇਹ ਫਿਜ਼ੀਕਲ ਪੋਲਿਸੀ ਕਹਿੰਦੇ ਆ। ਮੀਨਸ ਕਿ ਸਰਕਾਰ ਆਪਣੇ ਖਰਚੇ ਅਤੇ ਆਮਦਨ ਵੱਲ ਜਦੋਂ ਚੇਂਜ ਕਰਕੇ ਲੋਕਾਂ ਦੀਆਂ ਜਿਹੜੀ ਐਗਰੀਗੇਟ ਡਿਮਾਂਡ ਵਧਾਉਂਦੀ ਜਾਂ ਘਟਾਉਂਦੀ ਆ। ਠੀਕ ਆ, ਇਹਨੂੰ ਆਪਾਂ ਫਿਜ਼ੀਕਲ ਪੋਲਿਸੀ ਕਹਿੰਦੇ ਆ, ਸਰਕਾਰ ਦੁਆਰਾ ਲਾਗੂ ਕੀਤੀ ਜਾਂਦੀ ਹੈ। ਕਲੀਅਰ ਬੱਚੇ? ਹਾਂਜੀ, ਇਸ ਤੋਂ ਅੱਗੇ ਦੇਖੋ ਮੋਨੈਟਰੀ ਪੋਲਿਸੀ ਆਪਾਂ ਡਿਟੇਲ 'ਚ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਵੀ ਜਿਹੜੀ ਸਾਡੀ ਬੈਂਕਿੰਗ ਸੀਗਾ ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਜਿਹੜੀ ਸੈਂਟਰਲ ਬੈਂਕ ਆ ਜਿਹੜੀ ਸਾਡੀ ਉਹ ਮਨੀ ਸਪਲਾਈ ਨੂੰ ਵਧਾਉਂਦੀ ਜਾਂ ਘਟਾਉਂਦੀ ਆ। ਠੀਕ ਆ, ਇਸ ਤੋਂ ਅੱਗੇ ਇੰਸਟਰੂਮੈਂਟ ਦੇਖਾਂਗੇ ਅਸੀਂ ਕੀ ਆ। ਇੰਸਟਰੂਮੈਂਟ ਦੋ ਤਰ੍ਹਾਂ ਦੇ ਹੁੰਦੇ ਆਪਾਂ ਪੜ੍ਹੇ ਸੀਗੇ, ਇੱਕ ਕੁਆਂਟੀਟੇਟਿਵ ਹੁੰਦਾ, ਇੱਕ ਕੁਆਲੀਟੇਟਿਵ ਹੁੰਦਾ ਵਾ। ਠੀਕ ਆ, ਅਤੇ ਇਹਨਾਂ ਨੂੰ ਤਿੰਨ ਨਾਮ ਨਾਲ ਜਾਣਿਆ ਜਾਂਦਾ। ਕੁਆਂਟੀਟੇਟਿਵ ਇੰਸਟਰੂਮੈਂਟ ਵੀ ਕਹਿੰਦੇ ਆ, ਮੈਥਡਸ ਆਫ ਮਨੀ ਪੋਲਿਸੀ ਵੀ ਕਹਿੰਦੇ ਆ, ਮੋਨੈਟਰੀ ਪੋਲਿਸੀ ਵੀ ਕਹਿੰਦੇ ਆ, ਸੌਰੀ ਕ੍ਰੈਡਿਟ ਕੰਟਰੋਲ। ਮੀਨਸ ਕਿ ਤਿੰਨਾਂ ਦਾ ਕੋਈ ਵੀ ਆਨਸਰ ਆ ਸਕਦਾ ਵਾ। ਇੰਸਟਰੂਮੈਂਟ ਕੁਆਂਟੀਟੇਟਿਵ 'ਚ ਅਸੀਂ ਦੇਖਿਆ ਸੀ ਜਦੋਂ ਉਹ ਗੁਣਾਤਮਕ ਮੀਨਸ ਕਿ ਨੰਬਰਸ ਵਿੱਚ ਚੇਂਜ ਕਰਦੇ ਆ। ਠੀਕ ਆ, ਮੀਨਸ ਕਿ ਉਹਦਾ ਕੋਈ ਗੁਣਾਤਮਕ ਪੱਖ ਨਹੀਂ ਹੁੰਦਾ। ਠੀਕ ਆ, ਨੰਬਰਸ ਵਿੱਚ ਜਦੋਂ ਚੇਂਜਸ ਹੁੰਦੀ ਆ ਉਹ ਹੁੰਦੀ ਸਾਡੀ ਕੁਆਂਟੀਟੇਟਿਵ। ਕੁਆਲੀਟੇਟਿਵ ਹੁੰਦੀ ਹੈ ਜਸਟ ਐਕਸ਼ਨ ਲੈਣਾ ਕਿਸੇ ਚੀਜ਼ 'ਤੇ। ਠੀਕ ਆ, ਜਸਟ ਉਹਨੂੰ ਵਧਾਉਣਾ ਘਟਾਉਣਾ ਇਸ ਤਰ੍ਹਾਂ ਹੀ। ਅਤੇ ਇਹਦੇ ਵਿੱਚ ਦੇਖੋ ਬੈਂਕ ਰੇਟ ਆ ਜਾਂਦਾ। ਬੈਂਕ ਰੇਟ ਸਾਨੂੰ ਪਤਾ ਹੀ ਹੈ ਕਿ ਜਦੋਂ ਬੈਂਕ ਜਿਹੜੀ RBI ਆ ਉਹ ਲੰਬੇ ਸਮੇਂ ਦਾ ਲੋਨ ਦਿੰਦੀ ਹੈ ਨਾ ਕਮਰਸ਼ੀਅਲ ਬੈਂਕ ਨੂੰ, ਬੈਂਕ ਰੇਟ ਹੁੰਦਾ ਵਾ। ਓਪਨ ਮਾਰਕੀਟ ਓਪਰੇਸ਼ਨਸ ਜਦੋਂ ਜਦੋਂ RBI ਜਿਹੜੀ ਆਪਣੇ ਜਿਹੜੇ ਸਿਕਿਉਰਿਟੀਜ਼ ਸੇਲ ਜਾਂ ਪਰਚੇਜ਼ ਕਰਦੀ ਆ ਪਬਲਿਕ ਤੋਂ ਉਹ ਵਾਲੀ ਆ ਜਾਂਦੀ ਆ। ਕੈਸ਼ ਰਿਜ਼ਰਵ ਰੇਸ਼ੋ ਵੀ ਸਾਨੂੰ ਪਤਾ ਵੀ ਜਿਹੜੀ ਮਿਨੀਮਮ ਕੈਸ਼ ਆ ਜਿਹੜਾ ਉਹ ਕਮਰਸ਼ੀਅਲ ਬੈਂਕ ਨੇ RBI ਕੋਲ ਰੱਖਣਾ ਹੁੰਦਾ ਉਹ ਹੁੰਦੀ ਹੈ। ਸਟੈਚੂਰੀ ਲਿਕੁਇਡਿਟੀ ਰੇਸ਼ੋ ਜਿਹੜੀ ਸੈਂਟਰਲ ਬੈਂਕ ਨੇ ਕਮਰਸ਼ੀਅਲ ਬੈਂਕ ਨੇ ਆਪਣੇ ਕੋਲ ਰੱਖਣੀ ਹੁੰਦੀ ਹੈ। ਰਿਜ਼ਰਵ ਮੀਨਸ ਕਿ ਇਹ ਅਸੀਂ ਕਿਸੇ ਨੂੰ ਲੈਂਟ ਨਹੀਂ ਦੇ ਸਕਦੇ, ਮੀਨਸ ਕਿ ਅਸੀਂ ਲੋਨ ਨਹੀਂ ਦੇ ਸਕਦੇ ਇਹਦਾ। ਰੈਪੋ ਰੇਟ ਸਾਨੂੰ ਪਤਾ ਵੀ ਸ਼ਾਰਟ ਟਰਮ ਲੋਨ ਜਿਹੜੇ ਦਿੰਦੀ ਆ ਨਾ RBI ਕਮਰਸ਼ੀਅਲ ਬੈਂਕ ਨੂੰ ਉਹ ਹੁੰਦੀ ਹੈ। ਰਿਵਰਸ ਰੈਪੋ ਰੇਟ ਜਦੋਂ ਕਮਰਸ਼ੀਅਲ ਬੈਂਕ ਪੈਸੇ ਜਮ੍ਹਾਂ ਕਰਾਉਂਦੀ ਹੈ ਤਾਂ ਉਹਦੇ 'ਤੇ ਉਹਨੂੰ ਵਿਆਜ ਮਿਲਦਾ, ਉਹ ਰਿਵਰਸ ਰੈਪੋ ਰੇਟ ਹੁੰਦਾ ਵਾ। ਠੀਕ ਆ, ਅਤੇ ਇਸ ਤੋਂ ਅੱਗੇ ਜਿਹੜਾ ਸਾਡਾ ਚੇਂਜ ਇਨ ਮਾਰਜਨ ਰਿਕੁਆਇਰਮੈਂਟ ਵੀ ਸਾਨੂੰ ਪਤਾ ਵੀ ਜਦੋਂ ਅਸੀਂ ਲੋਨ ਲੈਣਾ ਸਿਕਿਉਰਿਟੀ ਰੱਖਣੀ ਪੈਂਦੀ ਆ। ਜੇ ਸਾਡੀ ਜਿਹੜੀ ਉਹ ਸਾਡਾ ਮਾਰਜਨ ਰਿਕੁਆਇਰਮੈਂਟ ਹੁੰਦਾ, ਜਿੰਨੀ ਸਾਡੀ ਸਿਕਿਉਰਿਟੀ ਹੈ ਅਤੇ ਲੋਨ ਉਹਨਾਂ ਦੋਨਾਂ 'ਚ ਜਿਹੜਾ ਡਿਫਰੈਂਸ ਹੋਊਗਾ ਉਹ ਸਾਡਾ ਮਾਰਜਨ ਰਿਕੁਆਇਰਮੈਂਟ ਹੁੰਦਾ। ਰੇਸ਼ਨਿੰਗ ਆਫ ਕ੍ਰੈਡਿਟ ਮੀਨਸ ਕਿ ਜਿਹੜੇ ਹਰੇਕ ਸੈਕਟਰ ਨੂੰ ਰੇਸ਼ੋ 'ਚ ਵੰਡ ਦੇਣਾ ਕਿ ਇਹ ਸੈਕਟਰ ਨੂੰ ਇੰਨੀ ਹੀ ਜਿਹੜੀ ਆ ਲੋਨ ਦਿੱਤਾ ਜਾ ਸਕਦਾ, ਉਹ ਚੀਜ਼ ਆ ਜਾਂਦੀ ਆ। ਕੰਜ਼ਿਊਮਰ ਕ੍ਰੈਡਿਟ ਮੀਨਸ ਕਿ ਜਿਹੜਾ ਸਾਨੂੰ ਲੋਨ ਦਿੱਤਾ ਜਾਂਦਾ ਵਾ। ਠੀਕ ਆ, ਹਾਊਸ ਹੋਲਡ ਸੈਕਟਰ ਨੂੰ ਲੋਨ ਦਿੱਤਾ ਜਾਂਦਾ ਉਹ ਕੰਟਰੋਲ ਕਰਨਾ ਹੁੰਦਾ ਵਾ, ਉਹਨੂੰ ਕਹਿੰਦੇ ਅਸੀਂ ਡਾਇਰੈਕਟ ਐਕਸ਼ਨ। ਮੀਨਸ ਕਿ ਜਦੋਂ ਮੋਨੈਟਰੀ ਪੋਲਿਸੀ ਸਹੀ ਤਰ੍ਹਾਂ ਜਿਹੜੀਆਂ ਕਮਰਸ਼ੀਅਲ ਬੈਂਕ ਲਾਗੂ ਨਹੀਂ ਕਰਦੀਆਂ ਅਤੇ ਉਹਨਾਂ 'ਤੇ ਐਕਸ਼ਨ ਲਿਆ ਜਾਂਦਾ, ਉਹ ਆ ਜਾਂਦਾ ਇਹਦੇ 'ਚ। ਮੋਰਲ ਸੁਜਨ 'ਚ ਕੀ ਆ, ਉਹਨਾਂ 'ਤੇ ਐਕਸ਼ਨ ਨਹੀਂ ਲਿਆ ਜਾਂਦਾ ਬਲਕਿ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਵਾ ਕਿ ਉਹ ਜਿਹੜਾ RBI ਦਾ ਸਹਿਯੋਗ ਦੇਣ। ਠੀਕ ਆ, ਇਹ 'ਚ ਕੋਈ ਡਾਇਰੈਕਟ ਐਕਸ਼ਨ ਨਹੀਂ ਹੁੰਦਾ, ਇਹਦੇ 'ਚ ਸਿਰਫ ਉਹਨਾਂ ਨੂੰ ਮੋਟੀਵੇਟ ਕੀਤਾ ਜਾਂਦਾ ਵਾ। ਪਬਲਿਸਿਟੀ ਸਰਕਾਰ ਮਤਲਬ ਕਿ RBI ਐਡ ਦਿੰਦੀ ਆ TV ਰਾਹੀਂ, ਅਖਬਾਰ ਰਾਹੀਂ ਜਾਂ ਇੰਟਰਨੈਟ ਕਿਸੇ ਵੀ ਮੀਡੀਅਮ ਰਾਹੀਂ ਦਿੰਦੀ ਆ, ਲੋਕਾਂ ਨੂੰ ਜਾਗਰੂਕ ਕਰਦੀ ਹੈ ਕਿ ਤੁਸੀਂ ਆਪਣੀ ਜਿਹੜੀ ਡਿਮਾਂਡ ਇਨਕਰੀਜ਼ ਕਰੋ ਜਾਂ ਡਿਕਰੀਜ਼ ਕਰੋ। ਠੀਕ ਆ, ਅਤੇ ਮੋਨੈਟਰੀ ਪੋਲਿਸੀ ਨੂੰ ਲਾਗੂ ਕਰਨ 'ਚ ਸਾਡੀ ਹੈਲਪ ਕਰੋ। ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਆਈ ਹੋਪ ਬੱਚੇ ਜਿਹੜਾ ਤੁਹਾਨੂੰ ਇਹ ਕੰਸੈਪਟ ਕਲੀਅਰ ਹੋ ਗਿਆ ਹੋਊਗਾ। ਨੈਕਸਟ ਵੀਡੀਓ 'ਚ ਅਸੀਂ ਇਹਦਾ ਜਿਹੜਾ ਨੈਕਸਟ ਪਾਰਟ ਕਰਾਂਗੇ।